ਮਮਤਾ ਗੱਦੀ ਦੇ ਵਾਰਿਸ ਸ਼ਬਦ ਗੁਰੂ ਅਵਤਾਰ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਗੋਦ ਅੰਦਰ ਆਪ ਸਮੁੱਚੀ ਸੰਗਤ ਜੁੜ ਬੈਠੇ ਹੋ, ਵਡਭਾਗੀ ਹੋ। ਕਲਯੁਗ ਦੇ ਅਜੋਕੇ ਭਿਆਨਕ ਸਮੇਂ ਅੰਦਰ ਵੀ ਆਪਣੇ ਕੀਮਤੀ ਸਵਾਸਾਂ ਨੂੰ ਸਫਲੇ ਬਣਾਉਂਦਿਆਂ ਗੁਰੂ ਦਰਬਾਰਾਂ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਵਡਭਾਗੀ ਹਾਂ। ਗੁਰੂ ਸ਼ਬਦ ਦਾ ਹਲੂਣਾ ਆਪਣੇ ਜੀਵਨ ਨੂੰ, ਆਪਣੇ ਮਨ ਨੂੰ ਦਿੰਦਿਆਂ ਵਿਕਾਰਾਂ ਤੋਂ ਪਰੇ ਹੋ ਕੇ, ਵਿਕਾਰਾਂ ਦੀ ਅੱਗ ਤੋਂ ਬਚ ਕੇ ਇੱਕ ਸੱਚਾ ਸੁੱਚਾ ਜੀਵਨ ਬਤੀਤ ਕਰਨ ਦਾ ਜੋ ਇਹ ਯਤਨ ਉਪਰਾਲਾ ਹੈ, ਉਸ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਹਾਂ। ਵਡਭਾਗੀ ਹਾਂ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਪਾਵਨ ਖੁਸ਼ੀਆਂ ਦੇ ਪਾਤਰ ਬਣ ਰਹੇ ਹਾਂ। ਸਾਡੇ ਸਤਿਕਾਰਯੋਗ ਸ਼੍ਰੀ ਪਵਨ ਅਰੋੜਾ ਜੀ ਦੇ ਪਿਤਾ ਜੀ ਸ਼੍ਰੀ ਅਮਰੀਕ ਲਾਲ ਅਰੋੜਾ ਜੀ ਅਤੇ ਸਮੂਹ ਪਰਿਵਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਟੇਕ ਆਸਰਾ ਲੈ ਕਰਕੇ ਸ਼ਬਦ ਦੁਆਰਾ ਆਪਣੇ ਜੀਵਨ ਨੂੰ ਸੇਧ ਦਿੰਦਿਆਂ, ਉਹਨਾਂ ਨੂੰ ਯਾਦ ਕਰਦਿਆਂ ਉਹਨਾਂ ਦੀ ਆਤਮਿਕ ਕਲਿਆਣਤਾ ਲਈ ਅਰਦਾਸ ਸਮਾਗਮ ਅੰਦਰ ਹਾਜ਼ਰੀਆਂ ਭਰ ਰਹੇ ਹਾਂ। ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਸੇਧ ਦੇ ਰਹੇ ਹਨ, ਪੁਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ। ਇਹ ਪੁਰਾਣੀ, ਇਹ ਜੀਵ ਇਸ ਧਰਤੀ ਤੇ ਤੂੰ ਜਨਮ ਲਿਆ, ਲਾਹਾ ਪ੍ਰਾਪਤ ਕਰਨ ਲਈ ਆਇਆ ਹੈ। ਤੂੰ ਸੰਸਾਰ ਦੇ ਵਿੱਚ ਆ ਕਰਕੇ ਮਾਇਆ ਦੇ ਪਦਾਰਥਾਂ ਦੇ ਵਿੱਚ ਆਪਣੇ ਜੀਵਨ ਨੂੰ ਲੁਪਤ ਕਰਕੇ ਵਿਕਾਰਾਂ ਦੀ ਅੱਗ ਦੇ ਵਿੱਚ ਸੜਦਾ ਹੋਇਆ ਆਪਣੇ ਕੀਮਤੀ ਸਵਾਸਾਂ ਨੂੰ, ਜੀਵਨ ਰੂਪੀ ਰਾਤ ਨੂੰ ਲੰਘਾਈ ਜਾ ਰਿਹਾ ਹੈ। ਉਹਦੀ ਪਛਾਣ ਨਹੀਂ ਕਰ ਰਿਹਾ ਤੇ ਆਪਣੇ ਸਵਾਸਾਂ ਨੂੰ ਵਿਅਰਥ ਗਵਾ ਰਿਹਾ। ਅੱਜ ਸੰਗਰਾਂਦ ਦਾ ਪਾਵਨ ਦਿਹਾੜਾ ਚੜ੍ਹਿਆ, ਨਵਾਂ ਮਹੀਨਾ ਸ਼ੁਰੂ ਹੋਇਆ। ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਮਹੀਨੇ ਦੇ ਪਦੇ ਸ਼ਬਦ ਅੰਦਰ ਵੀ ਸਾਨੂੰ ਇਹੀ ਸੇਧ ਦੇ ਰਹੇ ਹਨ। ਭਾਦੋਏ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ। ਇਹ ਭਾਦੋ ਮਹੀਨੇ ਅੰਦਰ ਜੀਵਨ ਬਤੀਤ ਕਰਨ ਵਾਲਿਓ, ਤੁਸੀਂ ਕਿਉਂ ਇਸ ਭੁਲੇਖੇ ਦੇ ਵਿੱਚ ਜੀਵਨ ਬਤੀਤ ਕਰ ਰਹੇ ਹੋ? ਕਿਉਂ ਹੋਰਾਂ ਦੇ ਮਗਰ ਲੱਗੇ ਹੋਏ ਹੋ? ਉਸ ਪ੍ਰਭੂ ਦੇ ਨਾਲ ਪ੍ਰੀਤ ਕਿਉਂ ਨਹੀਂ ਪਾ ਰਹੇ? ਕਿਉਂਕਿ ਜਿਨ੍ਹਾਂ ਦੇ ਨਾਲ ਤੁਸੀਂ ਪ੍ਰੀਤੀ ਪਾਈ ਹੋਈ ਹੈ ਉਹ ਤਾਂ ਵਿਅਰਥ ਹੈ। ਉਹ ਤਾਂ ਸਵਾਰਥ ਰੂਪ ਦੇ ਵਿੱਚ ਤੁਸੀਂ ਪ੍ਰੀਤੀ ਪਾ ਕੇ ਜੀਵਨ ਧੋਖੇ ਵਿੱਚ ਬਤੀਤ ਕਰ ਰਹੇ ਹੋ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਚੇਤ। ਜਿੰਨਾ ਮਰਜ਼ੀ ਸ਼ਿੰਗਾਰ ਕਰ ਲਓ, ਜਿੰਨਾ ਮਰਜ਼ੀ ਕਿਸੇ ਨੂੰ ਬਨਾਵਟੀ ਰੂਪ ਵਿਖਾ ਕੇ ਵਿਖਾ ਦਿਓ, ਕਿਸੇ ਨੂੰ ਮੋਹ ਦੇ ਜਾਲ ਵਿੱਚ ਫਸਾ ਲਓ ਜਾਂ ਆਪ ਫਸ ਪਓ, ਇਹ ਸਾਰੇ ਕੀਤੇ ਹੋਏ ਸ਼ਿੰਗਾਰ ਵਿਅਰਥ ਹਨ ਜੇ ਉਸ ਨਿਰੰਕਾਰ ਵਾਹਿਗੁਰੂ ਨੂੰ ਅਸੀਂ ਨਹੀਂ ਪਾਏ। ਜਿਸ ਦੇਹੀ ਦਾ ਅਸੀਂ ਇਤਨਾ ਮੋਹ ਰੱਖ ਕੇ ਸ਼ਿੰਗਾਰ ਕਰਦੇ ਹਾਂ, ਉਸ ਦੇਹੀ ਵਾਸਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਦ੍ਰਿੜ ਕਰਾ ਰਹੇ ਹਨ। ਜਿਤ ਦਿਨ ਦੇਹ ਬਿਨਸੀ ਤਿਤ ਵੇਲੇ ਕਹਿਸਨ ਪ੍ਰੇਤ। ਜਿਸ ਦੇਹੀ ਨੂੰ ਤੂੰ ਇਤਨਾ ਸ਼ਿੰਗਾਰ ਰਿਹਾ ਹੈ, ਜਿਸ ਦਿਨ ਇਸ ਕਾਇਆ ਦੇ ਵਿੱਚੋਂ ਆਤਮਾ ਨੇ ਨਿਕਲ ਜਾਣਾ, ਇੱਕ ਮ੍ਰਿਤਕ ਦੇਹੀ ਪਈ ਹੋਣੀ, ਤਾਂ ਫਿਰ ਸਾਰੇ ਜਾਣੇ ਉਸ ਦੇਹੀ ਤੋਂ ਦੂਰ ਦੂਰ ਭੱਜਣਗੇ। ਪ੍ਰੇਤ ਪ੍ਰੇਤ ਆਖਣਗੇ, ਕੋਈ ਵੀ ਉਸ ਦੇਹੀ ਨੂੰ ਘਰੇ ਰੱਖ ਕੇ ਰਾਜੀ ਨਹੀਂ ਹੁੰਦਾ। ਇਹ ਜੀਵਨ ਦੀ ਹਕੀਕਤ ਹੈ।
ਅਸੀਂ ਸਾਰੇ ਜਾਣੇ ਇਸ ਵਿਵਸਥਾ ਦੇ ਵਿੱਚ ਵਿਚਰ ਰਹੇ ਹਾਂ। ਕੋਈ ਸਾਡੇ ਘਰ ਦਾ ਇੱਕ ਜੀ ਸਾਨੂੰ ਛੱਡ ਕੇ ਚਲਿਆ ਜਾਵੇ ਤਾਂ ਦੇਹੀ ਪਈ ਹੋਈ ਹੈ। ਸਾਡੇ ਇੱਕ ਇੱਕ ਜੀਆਂ ਦੀ ਹੀ ਸਲਾਹ ਹੁੰਦੀ ਵੀ ਕਿਹੜੇ ਵੇਲੇ ਦਾ ਸਮਾਂ ਰੱਖੀਏ ਇਸ ਨੂੰ ਸੰਸਕਾਰ ਲਈ ਲੈ ਕੇ ਜਾਇਆ ਸਕੇ। ਪਰ ਜਦੋਂ ਸਵਾਸਾਂ ਕਰਕੇ ਉਹ ਵਿਚਰ ਰਿਹਾ ਹੁੰਦਾ ਤਾਂ ਕਿਤਨਾ ਮੋਹ ਹੁੰਦਾ ਹੈ। ਕੁਟੁੰਬ ਕਬੀਲੇ ਦੇ ਅੰਦਰ ਵਿਚਰ ਰਿਹਾ ਹੁੰਦਾ ਤਾਂ ਕਿਤਨਾ ਮੋਹ ਹੁੰਦਾ ਹੈ। ਕਿਸੇ ਦਾ ਭਾਈ ਹੈ, ਕਿਸੇ ਦਾ ਖਸਮ ਹੈ, ਕਿਸੇ ਦਾ ਸੰਗੀ ਸਾਥੀ ਮਿੱਤਰ ਹੈ, ਕਿਸੇ ਦਾ ਰਿਸ਼ਤੇਦਾਰ ਹੈ। ਪਰ ਇਹ ਸਾਰੇ ਦੇ ਸਾਰੇ ਰਿਸ਼ਤੇ ਨਾਤੇ ਇੱਕ ਪਾਸੇ ਹੋ ਜਾਂਦੇ ਜਦੋਂ ਇਸ ਦੇਹੀ ਦੇ ਵਿੱਚੋਂ ਆਤਮਾ ਨਿਕਲਦੀ ਹੈ, ਰੂਹ ਨਿਕਲਦੀ ਹੈ, ਉਸ ਪਰਮ ਪਿਤਾ ਪ੍ਰਭੂ ਪਰਮਾਤਮਾ ਦੀ ਜੋਤ ਨਿਕਲ ਜਾਂਦੀ ਹੈ। ਇਹ ਮਿਰਤਕ ਦੇਹੀ ਫਿਰ ਪਈ ਹੁੰਦੀ ਸਾਰੀ ਉਡੀਕਦੇ ਹੁੰਦੇ ਹਨ ਕਦੋਂ ਇਸ ਨੂੰ ਲੈ ਕੇ ਜਾਣਾ, ਸੰਸਕਾਰ ਕਰੀਏ, ਕੰਮ ਨਿਬੇੜੀਏ ਦਾ। ਸੋ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਇਹੀ ਦਰਸਾਉਣਾ ਕਰ ਰਹੇ ਹਨ, ਪ੍ਰਾਣੀ ਜਦੋਂ ਤੂੰ ਇਹ ਸਾਰਾ ਕੁਝ ਆਪਣੇ ਅੱਖਾਂ ਦੇ ਨਾਲ ਵੇਖ ਰਿਹਾ ਹੈ, ਸੰਸਾਰ ਦੇ ਵਿੱਚ ਮਨੁੱਖ ਦੀ ਪੁੱਛ ਪੜਤਾਲ ਉਦੋਂ ਤੱਕ ਹੀ ਹੈ ਜਦੋਂ ਉਹ ਸਵਾਸਾ ਕਰਕੇ ਵਿਚਰ ਰਿਹਾ, ਕਿਸੇ ਦੀਆਂ ਲੋੜਾਂ ਪੂਰੀਆਂ ਕਰ ਰਿਹਾ ਜਾਂ ਆਪਣੀ ਲੋੜ ਪੂਰੀ ਹੋ ਰਹੀ ਹੈ। ਤੇ ਜੇ ਸਵਾਰਥ ਅਧੀਨ ਸੰਸਾਰ ਦੇ ਵਿੱਚ ਵਿਚਰ ਰਿਹਾ ਤੂੰ, ਤੈਨੂੰ ਉਸ ਸਵਾਰਥ ਨੇ ਕੁਛ ਵੀ ਨਹੀਂ ਦੇਣਾ। ਤੂੰ ਪ੍ਰਭੂ ਪ੍ਰੀਤੀ ਅੰਦਰ ਜੀਵਨ ਬਤੀਤ ਕਰ, ਫਿਰ ਪਰਮ ਆਨੰਦ ਦੀ ਪ੍ਰਾਪਤੀ ਹੋਏਗੀ। ਕਿਉਂਕਿ ਇਹ ਦੇਹ ਇਤਨੀ ਕੀਮਤੀ, ਇਤਨੀ ਪਵਿੱਤਰ ਹੈ, ਇਸ ਨੂੰ ਦੇਵਤੇ ਵੀ ਲੋਚਦੇ ਹਨ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਪ੍ਰਭੂ ਦੀ ਬੰਦਗੀ ਦੇ ਨਾਲ ਜਿਹੜੀ ਦੇਹੀ ਪ੍ਰਾਪਤ ਹੁੰਦੀ ਹੈ ਉਹ ਦੇਵਤਿਆਂ ਨੂੰ ਵੀ ਪ੍ਰਾਪਤ ਨੇ। ਦੇਵਤੇ ਵੀ ਹੱਥ ਜੋੜ ਕੇ ਉਸ ਨਿਰੰਕਾਰ ਵਾਹਿਗੁਰੂ ਦੇ ਚਰਨਾਂ 'ਚ ਅਰਦਾਸਾਂ ਕਰ ਰਹੇ ਕਿ ਮਨੁੱਖੀ ਦੇਹੀ ਦੇ ਵਿੱਚ ਸਾਨੂੰ ਭੇਜ ਦਿਓ, ਅਸੀਂ ਆਪਣਾ ਜੀਵਨ ਸਫਲ ਕਰਕੇ ਤੁਹਾਡੇ ਵਿੱਚ ਅਭੇਦ ਹੋ ਕੇ ਉਸ ਪਰਮ ਆਨੰਦ ਦਾ ਸੁੱਖ ਪ੍ਰਾਪਤ ਕਰ ਸਕੀਏ। ਜਦੋਂ ਮਨੁੱਖ ਇਹ ਸਭ ਕੁਝ ਵੇਖ ਰਿਹਾ ਫਿਰ ਵੀ ਉਸ ਨੂੰ ਹੋਸ਼ ਨਹੀਂ। ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਾਹੋਂ ਦਿਸ ਘੇਰੈ, ਬਿਪਤ ਪਰੀ ਤਬ ਹੀ ਸਭ ਹੀ ਸੰਗ ਛਾੜਤ ਕਉ ਨ ਆਵਤ ਨੇਰਾ। ਸੁੱਖਾਂ ਦੇ ਨਾਲ ਜਦੋਂ ਜੀਵਨ ਬਤੀਤ ਕਰ ਰਹੇ ਹਾਂ ਤਾਂ ਸਾਰੇ ਜਾਣੇ ਆ ਕਰਕੇ ਤੇਰੇ ਆਲੇ ਦੁਆਲੇ ਖੜੇ ਹੋ ਗਏ, ਤੈਨੂੰ ਪੁੱਛ ਰਹੇ ਹਨ, ਤੇਰੀ ਉਸਤਤ ਹੋ ਰਹੀ ਹੈ, ਤੇਰੀ ਵਾਹ-ਵਾਹ ਹੋ ਰਹੀ, ਜੈ ਜੈਕਾਰ ਹੋ ਰਹੀ। ਉਹ ਕਿਉਂ? ਤੇਰੇ ਨਾਲ ਪ੍ਰੀਤੀ ਨਹੀਂ, ਇਹ ਤੂੰ ਭੁਲੇਖੇ ਦੇ ਵਿੱਚ ਜੀਵਨ ਬਤੀਤ ਕਰ ਰਿਹਾ। ਜਿਹੜੀ ਤੇਰੇ ਜੇਬ ਦੇ ਵਿੱਚ ਮਾਇਆ ਪਈ ਉਹ ਮਾਇਆ ਦਾ ਇਹ ਯਸ਼ ਹੈ। ਇਹ ਜੈ ਜੈਕਾਰ ਉਸ ਮਾਇਆ ਦੀ ਹੈ, ਤੇਰੀ ਨਹੀਂ। ਕਿਉਂਕਿ ਜਦੋਂ ਵਿਪਤਾ ਪੈਂਦੀ ਹੈ ਤਾਂ ਉਦੋਂ ਸਾਰੇ ਜਾਣੇ ਤੇਰਾ ਸੰਗ ਛੱਡ ਕੇ ਚਲੇ ਜਾਂਦੇ ਹਨ। ਕੋਈ ਨਾ ਆਵਤ ਨੇੜੇ, ਕੋਈ ਵੀ ਤੇਰੇ ਨੇੜੇ ਨਹੀਂ ਆਉਂਦਾ। ਸਾਰੇ ਜਾਣੇ ਤੇਰਾ ਸੰਗ ਛੱਡ ਕੇ ਚਲੇ ਜਾਂਦੇ। ਪਰ ਇਹ ਤੂੰ ਆਪਣੀ ਅੱਖਾਂ ਦੇ ਨਾਲ ਵੇਖ ਵੀ ਰਿਹਾ ਵੀ ਅੱਜ ਸੁੱਖ ਹੈ ਤਾਂ ਸਾਰੇ ਜਾਣੇ ਆ ਕੇ ਮੈਨੂੰ ਪੁੱਛ ਪੜਤਾਲ ਕਰ ਰਹੇ ਹਨ। ਜਦੋਂ ਮੇਰੇ ਜੀਵਨ ਅੰਦਰ ਔਖਾ ਸਮਾਂ ਸੀ ਉਦੋਂ ਕੋਈ ਵੀ ਲਾਗੇ ਨਹੀਂ ਸੀ ਲੱਗਦਾ। ਜਦੋਂ ਮਨੁੱਖ ਇਸ ਅਨੁਭਵ ਦੇ ਵਿੱਚ ਜੀਵਨ ਬਤੀਤ ਕਰ ਰਿਹਾ ਫਿਰ ਵੀ ਸੇਧ ਨਹੀਂ ਲੈ ਰਿਹਾ, ਐਸਾ ਮਨੁੱਖ ਕਾਲ ਦੇ ਵਸ ਜਮਾਂ ਦੀ ਮਾਰ ਖਾਂਦਾ ਹੋਇਆ ਦਰਗਾਹ 'ਚ ਜਾਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਬਚਨ, ਔਦ ਘਟੈ ਦਿਨਸ ਰਹਿਣਾ ਰੇ ਮਨ, ਗੁਰ ਮਿਲ ਕਾਜ ਸਵਾਰੇ। ਕਿਹੜਾ ਕਾਜ ਸਵਾਰਨਾ ਸੀ? ਕਿਹੜਾ ਕਾਰਜ ਸਵਾਰਨ ਵਾਸਤੇ ਅਸੀਂ ਜਨਮ ਲੈ ਕੇ ਆਏ ਹਾਂ?
ਉਹ ਕਾਰਜ ਹੈ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਕਾਰਜ ਕਰਨ ਵਾਸਤੇ ਅਸੀਂ ਸੰਸਾਰ 'ਚ ਆਏ ਹਾਂ। ਅਸੀਂ ਸੰਸਾਰ ਵਿੱਚ ਆ ਕੇ ਧੱਕੇ ਖਾਣ ਲਈ ਨਹੀਂ, ਆਪਣਾ ਤਿਰਸਕਾਰ ਕਰਵਾਉਣ ਵਾਸਤੇ ਨਹੀਂ ਆਏ, ਆਪਣੀ ਦੇਹੀ ਆਪਣਾ ਜੀਵਨ ਸਫਲ ਬਣਾਉਣ ਲਈ ਆਏ ਹਾਂ। ਤੇ ਇਹ ਦੇਹੀ, ਇਹ ਜੀਵਨ, ਇਹ ਜਨਮ ਤਾਂ ਹੀ ਸਫਲ ਹੋ ਸਕਦਾ ਹੈ ਜਦੋਂ ਅਸੀਂ ਸੁਚੇਤ ਹੋ ਕੇ ਧਿਆਨ ਚਿੱਤ ਇਕਾਗਰ ਕਰਕੇ ਨੇਤਾ ਪ੍ਰਤੀ ਰੋਜ਼ ਦੇ ਨਿਯਮ ਦੇ ਨਾਲ ਸਵਾਸ ਕਰਕੇ ਉਸ ਪ੍ਰਭੂ ਦੇ ਨਾਲ ਪ੍ਰੀਤੀ ਪਾ ਕੇ ਉਹਦੀ ਆਰਾਧਨਾ ਕਰਾਂਗੇ, ਉਹਦੇ ਜੀਆਂ ਦੀ ਸੇਵਾ ਕਰਾਂਗੇ, ਤਾਂ ਹੀ ਇਹ ਜਨਮ ਸਫਲ ਹੋ ਸਕਦਾ। ਕਿਉਂਕਿ ਮਨੁੱਖ ਸੁੱਖਾਂ ਦੀ ਭਾਲ ਅੰਦਰ ਸੰਸਾਰ 'ਚ ਵਿਚਰ ਰਿਹਾ। ਮਨੁੱਖਾਂ ਤੋਂ ਹੀ ਸੁੱਖਾਂ ਦੀ ਆਸ ਲਾ ਕੇ ਬੈਠਾ ਹੈ, ਪਰ ਕੀ ਉਸ ਨੂੰ ਸਦੀਵੀ ਸੁੱਖ ਉਹ ਦੇ ਸਕਦੇ ਹਨ, ਉਸ ਨੂੰ ਪ੍ਰਾਪਤ ਹੋ ਸਕਦਾ ਹੈ? ਸੋਚਣ ਵਾਲੀ ਗੱਲ, ਵਿਚਾਰਨਯੋਗ ਗੱਲ ਤਾਂ ਇਹ ਹੈ। ਜਿਹਦੇ ਨਾਲ ਵੀ ਅਸੀਂ ਜੀਵਨ ਅੰਦਰ ਵਿਚਰਦੇ ਹਾਂ, ਭਾਵੇਂ ਉਹ ਸਾਗ ਸੰਬੰਧੀ ਹੋਣ, ਸਾਡੇ ਰਿਸ਼ਤੇਦਾਰ, ਸੰਗੀ ਸਾਥੀ ਹੋਣ, ਘਰ ਪਰਿਵਾਰ ਹੋਵੇ, ਕਿ ਸਾਡੇ ਜੀਵਨ ਅੰਦਰ ਉਹ ਸਦਾ ਲਈ ਸੁੱਖ ਪ੍ਰਦਾਨ ਕਰ ਸਕਦੇ ਹਨ? ਜੇ ਉਹੀ ਸੁੱਖ ਪ੍ਰਦਾਨ ਕਰ ਸਕਦੇ ਹਨ, ਫਿਰ ਪ੍ਰਭੂ ਦੇ ਨਾਲ ਪ੍ਰੀਤ ਕਿਉਂ, ਉਹਦੀ ਆਰਾਧਨਾ ਕਿਉਂ ਕਰਦੇ ਹਨ ਸਾਧੂ ਜਨ? ਜਿਹੜੇ ਗੁਰਮੁਖ ਜਨ ਪ੍ਰਭੂ ਦੀ ਆਰਾਧਨਾ ਅੰਦਰ ਦਿਨ ਰਾਤ ਜੀਵਨ ਬਤੀਤ ਕਰ ਰਹੇ ਹਨ, ਉਹ ਕਿਹੜੇ ਸੁੱਖਾਂ ਦੀ ਭਾਲ ਅੰਦਰ ਬਤੀਤ ਕਰ ਰਹੇ ਹਨ? ਉਹ ਤਾਂ ਪ੍ਰਭੂ ਪ੍ਰੀਤ ਅੰਦਰ ਜੀਵਨ ਬਤੀਤ ਕਰ ਰਹੇ ਹਨ, ਕਿਉਂਕਿ ਮਾਨੁਖ ਕੀ ਟੇਕ ਬਿਰਥੀ ਸਭ ਜਾਨ। ਮਨੁੱਖ ਦੀ ਟੇਕ, ਆਸਰਾ, ਇਹ ਸਭ ਵਿਅਰਥ ਹੈ, ਇਹ ਸਦਾ ਸਥਿਰ ਰਹਿਣ ਵਾਲਾ ਨਹੀਂ। ਜੇ ਮਨੁੱਖ ਆਪ ਸਦਾ ਲਈ ਸਥਿਰ ਰਹਿਣ ਵਾਲਾ ਨਹੀਂ, ਫਿਰ ਉਹਦੀਆਂ ਦਿੱਤੀਆਂ ਦਾਤਾਂ ਤੇ ਉਹਦੇ ਸੁੱਖ ਸਾਧਨ ਕਿਸ ਪ੍ਰਕਾਰ ਤੋਂ ਸਥਿਰ ਰਹਿ ਸਕਦੇ ਹਨ? ਕਿਉਂਕਿ ਦੇਵਨ ਕੋ ਇੱਕ ਹੈ ਭਗਵਾਨ, ਇੱਕ ਪ੍ਰਭੂ ਹੀ ਸਮੁੱਚੇ ਜਗਤ ਸੰਸਾਰ ਨੂੰ ਦਾਤਾ ਦੇ ਰਿਹਾ, ਸੁੱਖ ਸੁਵਿਧਾ ਦੇ ਰਿਹਾ। ਇਹਦੀ ਪਛਾਣ ਕੇਵਲ ਗੁਰਮੁਖ ਨੂੰ ਹੁੰਦੀ ਜਦੋਂ ਉਸ ਨੂੰ ਆਤਮਿਕ ਤੌਰ ਤੇ ਪਰਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਪਰ ਸੰਸਾਰੀ ਜੀਵ ਬਿਰਥੀ ਟੇਕ ਵਾਲੇ ਮਨੁੱਖ ਦੇ ਆਸਰੇ ਬੈਠਾ ਹੋਇਆ ਹਰ ਪ੍ਰਕਾਰ ਦਾ ਦੁੱਖ ਭੋਗਦਾ ਹੈ। ਉਹ ਭਾਵੇਂ ਸਰੀਰਿਕ ਹੋਵੇ, ਸਮਾਜਿਕ ਹੋਵੇ, ਆਰਥਿਕ ਹੋਵੇ ਜਾਂ ਮਾਨਸਿਕ ਹੋਵੇ, ਹਰ ਪ੍ਰਕਾਰ ਦਾ ਦੁੱਖ ਮਨੁੱਖ ਭੋਗਦਾ ਹੈ। ਕਿਉਂਕਿ ਉਸਨੇ ਵਿਅਰਥ ਆਸ ਲਾਈ ਹੋਈ ਹੈ, ਵਿਅਰਥ ਹੀ ਕਰਮ ਕਮਾ ਰਿਹਾ ਹੈ, ਪ੍ਰਭੂ ਦੀ ਆਰਾਧਨਾ ਨਹੀਂ ਕਰਦਾ। ਉਹਦੀ ਆਸਥਾ ਇਉਂ ਜੁੜੀ ਹੋਈ ਹੈ ਕਿ ਜੇ ਮੈਂ ਇਸ ਦਰਖਤ ਨੂੰ ਪਾਣੀ ਦਈ ਜਾਵਾਂ ਮੇਰਾ ਇਹ ਕਾਰਜ ਰਾਸ ਹੋ ਜਾਏਗਾ। ਆਪਣੀ ਆਪਣੀ ਆਸਥਾ ਬਣਾ ਕੇ ਬੈਠੇ ਹਾਂ, ਪਰ ਇਹ ਆਸਥਾ ਵਿਅਰਥ ਹੈ, ਇਹ ਕਰਮ ਵਿਅਰਥ ਹੈ। ਜਿਹੜਾ ਕਰਮ ਸਾਨੂੰ ਸੁੱਖ ਨਹੀਂ ਦੇ ਸਕਦਾ, ਸਮਰਿੱਧੀ ਨਹੀਂ ਦੇ ਸਕਦਾ, ਪ੍ਰਭੂ ਦੇ ਨਾਲ ਮਿਲਾਪ ਨਹੀਂ ਕਰਵਾ ਸਕਦਾ, ਐਸਾ ਕਰਮ ਵੀ ਵਿਅਰਥ ਹੈ। ਐਸਾ ਗਿਆਨ ਵੀ ਸਦਾ ਲਈ ਵਿਅਰਥ ਹੁੰਦਾ ਜਿਸ ਗਿਆਨ ਦਾ ਬੋਧ ਨਾ ਹੋਵੇ। ਗਿਆਨ ਮਨੁੱਖ ਨੂੰ ਤਾਂ ਪ੍ਰਾਪਤ ਹੁੰਦਾ, ਉਹਦਾ ਬੋਧ ਤਾਂ ਹੁੰਦਾ ਜੇ ਉਹ ਧਿਆਨ ਲਾਵੇ। ਜਿਹੜੇ ਸੰਸਾਰੀ ਜੀਵਾਂ ਨੇ ਧਿਆਨ ਚਿੱਤ ਇਕਾਗਰ ਕਰਕੇ ਜਿਹੜਾ ਵੀ ਕਾਰਜ ਕੀਤਾ, ਉਸਨੂੰ ਉਹਦਾ ਗਿਆਨ ਹੋ ਗਿਆ।
ਬੱਚੇ ਪੜ੍ਹਾਈ ਕਰਦੇ ਹਨ, ਇੱਕੋ ਕਲਾਸ 'ਚ ਬੈਠੇ ਇੱਕੋ ਅਧਿਆਪਕ, ਇੱਕੋ ਗੁਰੂ ਉਹਨਾਂ ਨੂੰ ਉਹ ਸਿੱਖਿਆ ਦੇ ਰਿਹਾ। ਬਰਾਬਰਤਾ ਹੈ, ਕੋਈ ਭੇਦਭਾਵਨੀ ਨਹੀਂ। ਜਿਤਨੇ ਵੀ ਬੱਚੇ ਇੱਕ ਜਮਾਤ ਵਿੱਚ ਬੈਠੇ, ਇੱਕ ਕਲਾਸ 'ਚ ਬੈਠੇ ਆ, ਉਹਨਾਂ ਨੂੰ ਬਰਾਬਰ ਗਿਆਨ ਦਿੱਤਾ ਜਾ ਰਿਹਾ। ਪਰ ਉਸ ਦਾ ਬੋਧ ਉਸੇ ਬੱਚੇ ਨੂੰ ਹੁੰਦਾ ਜਿਹੜਾ ਬੱਚਾ ਧਿਆਨ 'ਚ ਤੇ ਇਕਾਗਰ ਕਰਕੇ ਗੁਰੂ ਦੀ ਗੱਲ ਨੂੰ ਸੁਣ ਰਿਹਾ ਹੋਵੇ। ਕਿਉਂਕਿ ਗਿਆਨ ਧਿਆਨ ਦੇ ਨਾਲ ਜੁੜਿਆ ਹੋਇਆ ਹੈ। ਜਿਸ ਮਨੁੱਖ ਦਾ ਧਿਆਨ ਇਕਾਗਰ ਹੈ, ਉਸ ਨੂੰ ਗਿਆਨ ਬੋਧ ਆਪਣੇ ਆਪ ਹੀ ਹੋਏਗਾ। ਜਿਵੇਂ ਅਸੀਂ ਸੰਸਾਰ ਵਿੱਚ ਸਮਾਜਿਕ ਤੌਰ 'ਤੇ ਵਿਚਰਦੇ ਹਾਂ, ਕੋਈ ਕੰਮ ਕਾਰ ਹੈ, ਧਿਆਨ ਨਾਲ ਕਰਾਂਗੇ ਤਾਂ ਉਹਦਾ ਗਿਆਨ ਹੋ ਜਾਂਦਾ, ਉਹਦਾ ਬੋਧ ਹੋ ਜਾਂਦਾ। ਪ੍ਰਭੂ ਦੀ ਪ੍ਰੀਤੀ, ਉਹਦੀ ਬੰਦਗੀ ਵੀ ਇਉਂ ਹੀ ਹੈ। ਸੰਸਾਰੀ ਜੀਵ ਜਦੋਂ ਧਿਆਨ ਸਾਧਨਾ ਦੇ ਅੰਦਰ ਜੁੜਦਾ ਹੈ, ਉਦੋਂ ਉਸ ਨੂੰ ਪ੍ਰਭੂ ਦੀ ਪ੍ਰੀਤੀ ਦਾ ਬੋਧ ਹੋਣ ਲੱਗ ਪੈਂਦਾ ਹੈ, ਉਹਦੇ ਗਿਆਨ ਦਾ ਚਾਨਣ ਹੋਣ ਲੱਗ ਪੈਂਦਾ ਹੈ। ਜਦੋਂ ਹੌਲੀ ਹੌਲੀ ਧਿਆਨ ਸਾਧਨਾ ਕਰਦੇ ਹੋਏ ਇੱਕ ਇੱਕ ਕਦਮ ਅੱਗੇ ਨੂੰ ਵੱਧਦਾ ਜਾਂਦਾ, ਵੱਧਦਾ ਜਾਂਦਾ, ਵੱਧਦਾ ਜਾਂਦਾ, ਪ੍ਰਭੂ ਪ੍ਰੀਤੀ ਅੰਦਰ ਜੀਵਨ ਬਤੀਤ ਕਰਦਾ ਜਾਂਦਾ ਹੈ, ਤਾਂ ਇੱਕ ਦਿਨ ਅਵਸ਼ ਹੀ ਮੁਖ ਉਜਲਾ ਹੋਣ ਵਾਲੀ ਦਰਗਾਹ ਤੱਕ ਸਫਲਤਾਪੂਰਵਕ ਐਸੇ ਹਰੀ ਦੇ ਸੇਵਕ ਪਹੁੰਚ ਜਾਂਦੇ ਹਨ। ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਬਚਨਾਂ ਨੂੰ ਅਸੀਂ ਰੋਜ਼ ਪੜ੍ਹਤਾ ਰਹੇ ਹਾਂ, ਪਰ ਬੋਧ ਅੰਦਰ ਨਹੀਂ ਲੈ ਕੇ ਆ ਰਹੇ, ਧਿਆਨ ਵਿੱਚ ਨਹੀਂ ਲੈ ਕੇ ਆ ਰਹੇ ਕਿ ਸੱਚੇ ਪਾਤਸ਼ਾਹ ਮਹਾਰਾਜ ਤਾਂ ਸਪਸ਼ਟ ਰੂਪ 'ਚ ਸਾਨੂੰ ਇਹ ਦ੍ਰਿੜ ਕਰਾ ਰਹੇ ਹਨ, ਜਿਨੀ ਨਾਮ ਧਿਆਇਆ, ਜਿਨ੍ਹਾਂ ਨੇ ਨਾਮ ਨੂੰ ਅਰਾਧਿਆ ਹੈ, ਗਏ ਮਸ਼ੱਕਤ ਘਾਲ, ਮਿਹਨਤ ਮਸ਼ੱਕਤ ਘਾਲਣਾ ਘਾਲ ਕੇ ਗਏ ਇਸ ਸੰਸਾਰ 'ਚੋਂ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਦਰਗਾਹ ਅੰਦਰ ਉਹਨਾਂ ਦੇ ਮੁਖ ਉਜਲੇ ਹੁੰਦੇ ਹਨ। ਸੱਚੇ ਪਾਤਸ਼ਾਹ ਮਹਾਰਾਜ ਨੇ ਇਤਨੀ ਬਖਸ਼ਿਸ਼ਾਂ ਕੀਤੀਆਂ ਸਾਡੇ ਪਰ। ਇਹ ਸੰਸਾਰ ਦੀ ਵਿਵਸਥਾ ਐਵੇਂ ਕਿਵੇਂ ਬਣਾਈ, ਇਹ ਨੇਤਰ ਦਿੱਤੇ, ਇਹ ਸੋਚਣ ਸ਼ਕਤੀ ਦਿੱਤੀ। ਕਿਉਂ? ਸਾਡੀ ਅੱਖਾਂ ਦੇ ਸਾਹਮਣੇ ਸਭ ਕੁਝ ਚੱਲ ਰਿਹਾ, ਮਾਇਆ ਦਾ ਪਸਾਰਾ। ਰੋਜ਼ ਮਨੁੱਖ ਜਨਮ ਲੈ ਰਿਹਾ ਹੈ, ਸੰਸਾਰ 'ਚ ਵਿਚਰ ਰਿਹਾ ਹੈ, ਕਸ਼ਟ ਭੋਗ ਰਿਹਾ, ਸੁੱਖ ਭੋਗ ਰਿਹਾ, ਕੋਈ ਸਾਥੀ ਛੱਡ ਕੇ ਜਾ ਰਿਹਾ, ਫਿਰ ਆਪਣੇ ਇਹ ਜੀਵਨ ਨੂੰ ਭੋਗਦਾ ਹੋਇਆ ਸ਼ਮਸ਼ਾਨ ਘਾਟ ਦੇ ਵਿੱਚ ਉਹਦਾ ਸੰਸਕਾਰ ਹੋ ਗਿਆ, ਉਹਦੇ ਜੀਵਨ ਦੀ ਯਾਤਰਾ ਪੂਰੀ ਹੋ ਗਈ। ਇਹ ਮਨੁੱਖ ਕਈ ਸਦੀਆਂ ਤੋਂ ਵੇਖ ਰਿਹਾ ਇਸ ਵਿਵਸਥਾ ਨੂੰ, ਪਰ ਆਪਣੇ ਮਨ ਨੂੰ ਇਹ ਹਲੂਣਾ ਨਹੀਂ ਦੇ ਰਿਹਾ ਕਿ ਇਸ ਵਿਵਸਥਾ ਦੇ ਵਿੱਚ ਤਾਂ ਤੂੰ ਵੀ ਜੀਵਨ ਜਨਮ ਲਿਆ ਹੈ। ਇਹ ਕਾਇਆ ਇਹ ਸਾਰੇ ਸਮੇਂ ਨੂੰ ਭੋਗ ਰਹੀ ਹੈ, ਤੂੰ ਸੁਚੇਤ ਕਿਉਂ ਨਹੀਂ ਹੁੰਦਾ? ਤੂੰ ਕਿਉਂ ਨਹੀਂ ਜਾਗ ਰਿਹਾ? ਤੂੰ ਕਦੋਂ ਜਾਗੇਂਗਾ? ਜਦੋਂ ਜਮਾਂ ਦੀ ਮਾਰ ਤੇਰੇ ਸਿਰ ਤੇ ਆ ਕੇ ਪਏਗੀ, ਤੈਨੂੰ ਮਾਰਾਂ ਪੈਣਗੀਆਂ, ਉਦੋਂ ਤੇਰੀ ਦਰਗਾਹ ਵਿੱਚ ਕਿਸੇ ਨੇ ਵੀ ਬਾਂਹ ਨਹੀਂ ਫੜਨੀ, ਕੋਈ ਗਵਾਹੀ ਨਹੀਂ ਦੇਗਾ। ਜੇ ਕਿਸੇ ਦਾ ਛੁਟਕਾਰਾ ਹੋ ਸਕਦਾ, ਕੇਵਲ ਉਹਨਾਂ ਪ੍ਰਾਣੀਆਂ ਦਾ ਜਿਨ੍ਹਾਂ ਨੇ ਨਾਮ ਧਨ ਨੂੰ ਕਮਾਇਆ, ਤੇ ਨਾਮ ਧਨ ਨੂੰ ਇਹੀ ਮਨੁੱਖ ਕਮਾ ਸਕਦਾ ਹੈ ਜਿਹਨੇ ਗੁਰੂ ਦੀ ਸੇਧ ਪ੍ਰਾਪਤ ਕੀਤੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਭਨਾਂ ਨੂੰ ਇਹ ਹਲੂਣਾ ਦੇ ਰਹੇ ਹਨ, ਸੇਧ ਦੇ ਰਹੇ ਹਨ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਤੂੰ ਲਾਹਾ ਲੈਣ ਵਾਸਤੇ ਆਇਆ, ਹੋਰ ਕਰਮ ਕਾਂਡਾਂ ਦੇ ਵਿੱਚ ਪੈ ਕੇ ਆਪਣੇ ਜੀਵਨ ਨੂੰ ਖੁਆਰ ਨਾ ਕਰ, ਤੂੰ ਲਾਹਾ ਪ੍ਰਾਪਤ ਕਰ। ਜੀਵਨ ਦਾ ਇੱਕ ਮਾਤਰ ਲਾਹਾ ਪ੍ਰਭੂ ਦੀ ਪਿਆਰੀ ਦੀ ਬੰਦਗੀ ਹੈ, ਉਹਦਾ ਨਾਮ ਅਰਾਧਨਾ ਹੈ। ਜਦੋਂ ਅਸੀਂ ਉਹਦੀ ਅਰਾਧਨਾ ਦੇ ਨਾਲ ਜੁੜ ਗਏ, ਫਿਰ ਸਾਡੇ ਸਭਨਾਂ ਦੇ ਹੋ ਜਾਣਗੇ ਲੋਕ ਸੁਖੀਏ, ਪਰ ਲੋਕ ਸੁਹੇਲੇ।